ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਸਾਧ ਸੰਗਤ ਜੀ, ਹੁਣ ਸ੍ਰੀ ਸੁਖਮਨੀ ਸਾਹਿਬ ਜੀ ਦੀ ਚੌਥੀ ਅਸ਼ਟਪਦੀ ਦੀ ਪੰਜਵੀਂ ਪੌੜੀ ਤੋਂ ਵਿਆਖਿਆ ਆਰੰਭ ਕਰੀਏ। ਮਹਾਰਾਜ ਬਚਨ ਕਰਦੇ ਹਨ, ਕਰਤੂਤ ਪਸ਼ੂ ਕੀ ਮਾਨਸ ਜਾਤ। ਮਹਾਰਾਜ ਕਹਿਣ ਲੱਗੇ, ਇਸ ਜੀਵ ਦੀ ਜਿਹੜੀ ਜਾਤ ਹੈ ਉਹ ਤਾਂ ਹੈ ਮਨੁੱਖਾਂ ਵਾਲੀ। ਕਹਿਣ ਨੂੰ ਤਾਂ ਇਹ ਮਨੁੱਖ ਬੰਦਾ ਵੱਜਦਾ, ਪਰ ਕਰਤੂਤ ਪਸ਼ੂ ਕੀ, ਪਰ ਇਹਦੀ ਜਿਹੜੀ ਕਰਤੂਤ ਹੈ ਨੇ, ਜਿਹੜੀ ਇਹਦੀ ਕਰਨੀ ਹੈ, ਜਿਹੜੇ ਕਰਮ ਨੇ, ਉਹ ਹੈ ਪਸ਼ੂਆਂ ਵਾਲੀ ਹੈ। ਮਹਾਰਾਜ ਕਹਿੰਦੇ ਹਜੇ ਇੱਥੋਂ ਤੱਕ ਸਤਿਗੁਰੂ ਨੇ ਆਖਿਆ ਹੈ, ਪਸ਼ੂ ਮਿਲਹਿ ਚੰਗਿਆਈਆਂ ਖੜ ਖਾਵਹਿ ਅੰਮ੍ਰਿਤ ਦੇਹ। ਹਜੇ ਪਸ਼ੂ ਵੀ ਹੈ ਨਾ ਜਿਹੜੇ, ਉਹ ਵੀ ਮਾਲਕ ਦਾ ਖਾ ਕਰਕੇ, ਉਹ ਵੀ ਦੇਖ ਲਓ ਕੱਖ ਆਦਿਕ ਖਾ ਕੇ, ਖਲ ਆਦਿਕ ਖਾ ਕੇ ਅੰਮ੍ਰਿਤ ਸਮਾਨ ਦੁੱਧ ਦੇ ਦਿੰਦੇ ਆ ਛਕਣ ਨੂੰ। ਪਰ ਇਹ ਜਿਹੜਾ ਜੀਵ ਹੈ ਕੀ ਕਰਦਾ ਹੈ? ਖਾ ਪੀ ਕੇ ਖਾਇਆ, ਮੈਲ ਵਧਾਇਆ, ਖਾ ਖਾ ਕੇ ਮੈਲ ਬਣਾ ਦਿੰਦਾ ਉਹਨਾਂ ਚੀਜ਼ਾਂ ਦੀ। ਇਹਦਾ ਕੰਮ ਹੈ ਭਗਤੀ ਕਰਨੀ, ਨਾਮ ਜਪਣਾ। ਜੇ ਉਹ ਨਹੀਂ ਕਰਦਾ ਨਾ, ਫਿਰ ਇਹ ਪਸ਼ੂਆਂ ਤੋਂ ਵੀ ਭੈੜਾ। ਮਹਾਰਾਜ ਕਹਿੰਦੇ ਇਸ ਕਰਕੇ ਸਤਿਗੁਰੂ ਕਹਿੰਦੇ ਹਨ, ਕਰਤੂਤ ਪਸ਼ੂ ਕੀ ਮਾਨਸ ਜਾਤ। ਕਹਿੰਦੇ ਕੰਮ ਇਹਦੇ ਪਸ਼ੂਆਂ ਵਾਲੇ ਹਨ, ਪਰ ਆਖਣ ਨੂੰ ਜਾਤ ਇਹਦੀ ਬੰਦਿਆਂ ਵਾਲੀ ਹੈ, ਵੱਜਦਾ ਬੰਦਾ ਹੈ। ਲੋਕ ਪਚਾਰਾ ਕਰੇ ਦਿਨ ਰਾਤ। ਫਿਰ ਮਹਾਰਾਜ ਕਹਿਣ ਲੱਗੇ, ਸਾਰਾ ਕੰਮ ਇਹਦਾ ਲੋਕ ਪਰਚਾਵੇ ਵਾਲਾ ਹੁੰਦਾ ਹੈ। ਮਤਲਬ ਲੋਕ ਦਿਖਾਵਾ, ਲੋਕ ਪਚਾਰਾ ਕਰੇ ਦਿਨ ਰਾਤ। ਦਿਨ ਰਾਤ ਮਹਾਰਾਜ ਕਹਿਣ ਲੱਗੇ ਲੋਕ ਦਿਖਾਵਾ ਕਰਦਾ ਹੈ, ਲੋਕਾਂ ਨੂੰ ਪਰਚਾਉਣ ਵਾਲੇ ਕੰਮ ਕਰਦਾ ਵੀ ਲੋਕ ਕਿਤੇ ਮੈਨੂੰ ਕਹਿ ਹੀ ਦੇਣ ਇਹ ਸੰਤ ਹੈ, ਇਹ ਭਗਤ ਹੈ, ਤੇ ਮੈਨੂੰ ਆ ਕੇ ਵਧੀਆ ਵਧੀਆ ਪਦਾਰਥ ਹੈ ਜਿਹੜੇ ਲਿਆ ਲਿਆ ਕੇ ਚੜਾਉਣ। ਲੋਕ ਵਿਖਾਵਾ ਕਰਦਾ। ਮਹਾਰਾਜ ਕਹਿਣ ਲੱਗੇ ਲੋਕਾਂ ਨੂੰ ਪਰਚਾਉਣ ਵਾਲੇ ਕੰਮ ਕਰਦਾ ਸਾਰੇ। ਮਹਾਰਾਜ ਕਹਿੰਦੇ ਦਿਨ ਰਾਤ ਇਹੀ ਕੰਮਾਂ ਦੇ ਵਿੱਚ ਇਹਦਾ ਸਮਾਂ ਲੰਘਦਾ ਹੈ। ਬਾਹਰ ਭੇਖ ਅੰਤਰ ਮਲ ਮਾਇਆ। ਬਾਹਰੋਂ ਭੇਖ ਤਾਂ ਬੜਾ ਸੋਹਣਾ ਇਸ ਨੇ ਪਹਿਨਿਆ ਹੋਇਆ, ਪਰ ਮਹਾਰਾਜ ਕਹਿਣ ਲੱਗੇ ਅੰਦਰ ਇਹਦੇ ਮਾਇਆ ਦੀ ਮੈਲ ਲੱਗੀ ਹੋਈ ਹੈ। ਇਹ ਜਿਹੜੀ ਅੰਦਰੋਂ ਮਾਇਆ ਦੀ ਇੱਛਾ ਨਾ, ਬਾਹਰੋਂ ਭੇਖ ਬਣਾ ਕੇ ਲੋਕਾਂ ਨੂੰ ਲੁੱਟਣ ਦੀ, ਲੋਕਾਂ ਵੱਲੋਂ ਮਾਇਆ ਕਮਾਉਣ ਦੀ ਜਿਹੜੀ ਇਹ ਇੱਛਾ ਹੈ, ਮਹਾਰਾਜ ਬਚਨ ਕਰਦੇ ਹਨ, ਬਾਹਰ ਭੇਖ ਅੰਤਰ ਮਲ ਮਾਇਆ। ਕਹਿਣ ਲੱਗੇ ਬਾਹਰੋਂ ਭੇਖ ਤਾਂ ਬੜਾ ਉੱਜਲ ਹੈ, ਬੜੇ ਸੁੰਦਰ ਇਹਨੇ ਵਸਤਰ ਪਹਿਨੇ ਹੋਏ ਹੈ, ਬਾਹਰੋਂ ਤਾਂ ਬੜਾ ਸੋਹਣਾ ਭੇਖ ਹੈ, ਦੇਖਣ 'ਚ ਲੱਗਦਾ ਵੀ ਕੋਈ ਸਾਧੂ ਹੋਣਾ, ਕੋਈ ਮਹਾਤਮਾ ਹੋਣਾ। ਪਰ ਮਹਾਰਾਜ ਕਹਿੰਦੇ ਅੰਤਰ ਮਲ ਮਾਇਆ, ਪਰ ਅੰਦਰ ਮਾਇਆ ਦੀ ਮੈਲ ਲੱਗੀ ਹੋਈ ਹੈ। ਅੰਦਰੋਂ ਧਿਆਨ ਹੈ ਜਿਹੜਾ ਮਹਾਰਾਜ ਕਹਿਣ ਲੱਗੇ ਮਾਇਆ ਦੇ ਵਿੱਚ ਲੱਗਾ ਰਹਿੰਦਾ ਹੈ, ਵੀ ਦੇਖਾਂ ਕੌਣ ਮੈਨੂੰ ਕੀ ਲਿਆ ਲਿਆ ਕੇ ਚੜਾਉਂਦਾ। ਇਹ ਅੰਦਰ ਮਹਾਰਾਜ ਕਹਿਣ ਲੱਗੇ ਮਾਇਆ ਦੀ ਮੈਲ ਲੱਗੀ ਹੋਈ ਹੈ। ਬਾਹਰੋਂ ਭੇਖ ਹੈ ਜਿਹੜਾ ਬਿਰਖਤਾਂ ਵਾਲਾ, ਵੀ ਸਾਨੂੰ ਤਾਂ ਕਿਸੇ ਚੀਜ਼ ਨਾਲ ਮੋਹ ਹੀ ਨਹੀਂ, ਅਸੀਂ ਤਾਂ ਮਾਇਆ ਨੂੰ ਹੱਥ ਨਹੀਂ ਲਾਉਂਦੇ ਹੈ। ਮਹਾਰਾਜ ਕਹਿਣ ਲੱਗੇ ਇਹ ਹਾਲਤ ਹੈ। ਛਪਸ ਨਾਹੇ ਕਛ ਕਰੈ ਛਪਾਇਆ। ਬੰਦਾ ਲੱਖਾਂ ਛਪਾਉਣ ਦਾ ਯਤਨ ਕਰੇ ਨਾ, ਪਰ ਫਿਰ ਵੀ ਮਹਾਰਾਜ ਕਹਿਣ ਲੱਗੇ ਛਪਾ ਨਹੀਂ ਸਕਦਾ। ਜਿਹੜੀ ਇਹਦੀ ਬਿਰਤੀ ਹੈ, ਮਹਾਰਾਜ ਕਹਿਣ ਲੱਗੇ ਉਹ ਪ੍ਰਗਟ ਹੋਏ ਜਾਂਦੀ ਹੈ। ਉਹ ਮਹਾਰਾਜ ਦੇ ਬਚਨ ਹੈ ਨਾ, ਮਾਨਸਰ ਪਰ ਜੋ ਲੈ ਜਾਈਆ ਬਿਠਾਏ ਬਗ ਮੁਕਤਾ ਅਮੋਲਤਾ ਜ਼ਮੀਨ ਬੀਨ ਖਾਤ ਹੈ। ਬੰਦੇ ਦੀ ਅੰਦਰ ਦਾ ਸੁਭਾਅ ਪ੍ਰਗਟ ਹੋਏ ਜਾਂਦਾ। ਜੇ ਕਹਿਣ ਲੱਗੇ ਵੀ ਬਗਲੇ ਨੂੰ ਤੁਸੀਂ ਮਾਨ ਸਰੋਵਰ ਤੇ ਲੈ ਜਾਓ ਨਾ, ਵੀ ਹੀਰੇ ਮੋਤੀ ਖਾ ਲੂਗਾ, ਨਹੀਂ, ਉਹਨੇ ਉੱਥੇ ਵੀ ਡੱਡੂ ਮੱਛੀਆਂ ਹੀ ਭਾਲਦੇ ਰਹਿਣਾ। ਮਹਾਰਾਜ ਕਹਿਣ ਲੱਗੇ ਬੰਦੇ ਦੀ ਅੰਦਰ ਦੀ ਹਾਲਤ ਜਿੰਨਾ ਮਰਜ਼ੀ ਛਪਾਉਣਾ ਚਾਹਵੇ ਨਹੀਂ ਛਪ ਸਕਦੀ। ਸਤਿਗੁਰੂ ਕਹਿਣ ਲੱਗੇ ਬਾਹਰ ਗਿਆਨ ਧਿਆਨ ਇਸਨਾਨ। ਕਹਿੰਦੇ ਬਾਹਰੋਂ ਤਾਂ ਬੜਾ ਗਿਆਨ ਮਹਾਰਾਜ ਕਹਿਣ ਲੱਗੇ ਲੋਕਾਂ ਨੂੰ ਸੁਣਾਉਂਦਾ, ਬਾਹਰੋਂ ਬੜੀਆਂ ਗਿਆਨ ਦੀਆਂ ਗੱਲਾਂ ਕਰਦਾ, ਪੂਰਾ ਧਿਆਨ ਲਾ ਲਾ ਕੇ ਸਮਾਧੀਆਂ ਲਗਾ ਲਗਾ ਕੇ ਲੋਕਾਂ ਨੂੰ ਦਿਖਾਉਂਦਾ, ਤੇ ਇਸ਼ਨਾਨ ਕਰਕੇ ਸੁੱਚਾ ਬਣ ਕੇ ਪਵਿੱਤਰ ਹੋ ਕਰਕੇ ਬੈਠ ਜਾਂਦਾ। ਅੰਤਰ ਵਿਆਪੈ ਲੋਭ ਸੁਆਨ। ਪਰ ਇਹਦੇ ਅੰਦਰ ਮਹਾਰਾਜ ਕਹਿਣ ਲੱਗਿਆ ਜਿਹੜਾ ਲੋਭ ਰੂਪੀ ਕੁੱਤਾ ਨਾ, ਜਿਹੜਾ ਉਹ ਇਹਦੇ ਅੰਦਰ ਚਿੰਬੜਿਆ ਹੋਇਆ, ਜਿਹੜਾ ਹਰ ਵਕਤ ਅੰਦਰ ਲੋਭ ਹੈ। ਮਹਾਰਾਜ ਕਹਿਣ ਲੱਗੇ ਲਾਲਚ ਹੈ ਅੰਦਰ। ਮਹਾਰਾਜ ਕਹਿੰਦੇ ਲਾਲਚ ਰੂਪੀ, ਅੰਦਰ ਲਾਲਚ ਰੂਪੀ ਕੁੱਤਾ ਚਿੰਬੜਿਆ ਹੋਇਆ, ਅੰਦਰ ਲਾਲਚ ਰੂਪੀ ਕੁੱਤਾ ਭੌਂਕ ਰਿਹਾ। ਮਹਾਰਾਜ ਕਹਿਣ ਲੱਗੇ ਅੰਤਰ ਅਗਨ ਬਾਹਰ ਤਨ ਸਵਾਹ। ਕਹਿੰਦੇ ਅੰਦਰ ਤਾਂ ਤ੍ਰਿਸ਼ਨਾ ਦੀ ਅੱਗ ਲੱਗੀ ਹੋਈ ਹੈ, ਵਕਾਰਾਂ ਨੂੰ ਭੋਗਣ ਦੀ ਅੱਗ ਲੱਗੀ ਹੋਈ ਹੈ। ਬਾਹਰੋਂ ਮਹਾਰਾਜ ਕਹਿੰਦੇ ਸਰੀਰ ਦੇ ਉੱਤੇ ਸਵਾਹ ਮਲ ਲੈਂਦਾ। ਬਾਹਰੋਂ ਸਰੀਰ ਦੇ ਉੱਤੇ ਸਵਾਹ ਮਲ ਲੈਂਦੇ ਨਾ ਲੋਕ,
ਉਹ ਜਿਵੇਂ ਇੱਕ ਬੜਾ ਸੋਹਣਾ ਪ੍ਰਸੰਗ ਆਉਂਦਾ, ਛੋਟਾ ਜਿਹਾ ਮੈਂ ਸੁਣਾਉਣਾ ਆਪ ਜੀ ਨੂੰ। ਇੱਕ ਵਾਰ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬੈਠੇ ਸਨ ਸ਼੍ਰੀ ਅਨੰਦਪੁਰ ਸਾਹਿਬ, ਤੇ ਭਾਈ ਸੁਥਰਾ ਸਤਿਗੁਰੂ ਸਾਹਿਬ ਜੀ ਨੂੰ ਚੌਰ ਕਰ ਰਿਹਾ ਸੀ। ਇੱਕ ਸਾਧੂ ਆ ਕੇ ਬੈਠ ਗਿਆ, ਜਿਹਨੇ ਆਪਣੇ ਸਰੀਰ ਦੇ ਉੱਤੇ ਭਸਮ ਲਾਈ ਹੋਈ ਸੀ, ਸਵਾਹ ਮਲੀ ਹੋਈ ਸੀ। ਇਹਨੇ ਸੁਥਰੇ ਨੇ ਉਸ ਸਾਧ ਵੱਲ ਦੇਖ ਕੇ ਨਾ ਦੰਦੀਆਂ ਜੀਆਂ ਚੜਾਈਆਂ ਉਸ ਨੂੰ। ਉਹ ਸਾਧੂ ਨੇ ਜਦੋਂ ਦੇਖਿਆ, ਉਹਨੂੰ ਬੜਾ ਗੁੱਸਾ ਜਾਵੇ, ਪਰ ਵਿਚਾਰਾ ਗੁਰੂ ਸਾਹਿਬ ਜੀ ਦੀ ਲਿਹਾਜ਼ ਕਰਕੇ ਉੱਥੇ ਬੈਠਾ ਰਿਹਾ। ਫਿਰ ਉਸਨੇ ਦੰਦੀਆਂ ਜੀਆਂ ਚੜਾਈਆਂ, ਫਿਰ ਕ੍ਰੋਧ ਨਾਲ ਭਰਿਆ ਪਿਆ, ਇਹਦਾ ਵਸ ਨਹੀਂ ਚੱਲਦਾ, ਬੈਠ ਗਿਆ। ਜਦ ਤੀਜੀ ਵਾਰ ਸੁਥਰੇ ਨੇ ਦੰਦੀਆਂ ਚੜਾਈਆਂ ਨਾ, ਇਸ ਤੋਂ ਰਿਹਾ ਨਾ ਗਿਆ, ਇਹ ਉੱਠ ਕੇ ਨਾ ਸੁਥਰੇ ਦੇ ਪਿੱਛੇ ਪੈ ਗਿਆ। ਹੁਣ ਸੁਥਰਾ ਅੱਗੇ ਭੱਜਿਆ ਜਾਂਦਾ, ਸਾਧ ਉਹਦੇ ਪਿੱਛੇ ਪਿੱਛੇ ਆ, ਉਸ ਨੂੰ ਫੜਨ ਵਾਸਤੇ ਭੱਜਿਆ ਜਾਂਦਾ। ਤੇ ਉਸ ਵਕਤ ਜਦੋਂ ਮਹਾਰਾਜ ਨੇ ਦੇਖਿਆ ਵੀ ਕਰ ਕੀ ਰਹੇ ਆ, ਮਹਾਰਾਜ ਕਹਿੰਦੇ ਜਾਓ ਬੁਲਾਓ ਇਹਨਾਂ ਨੂੰ। ਜਦੋਂ ਬੁਲਾਇਆ ਨਾ, ਉਹਨੂੰ ਸਾਧ ਨੂੰ ਪੁੱਛਿਆ, ਕਹਿਣ ਲੱਗੇ ਤੈਨੂੰ ਕੀ ਹੋ ਗਿਆ ਬਾਈ, ਤੂੰ ਸੁਥਰੇ ਦੇ ਪਿੱਛੇ ਪਿਆ ਹੋਇਆ, ਭੱਜਿਆ ਹੋਇਆ। ਸਾਧ ਕਹਿਣ ਲੱਗਾ ਮਹਾਰਾਜ ਜੀ ਮੈਨੂੰ ਦੰਦੀਆਂ ਚੜਾਉਂਦਾ ਸੀ, ਮੈਨੂੰ ਖਿਜਾ ਰਿਹਾ ਸੀ। ਮਹਾਰਾਜ ਨੇ ਸੁਥਰੇ ਨੂੰ ਪੁੱਛਿਆ, ਕਹਿੰਦੇ ਬਾਈ ਤੂੰ ਕਿਉਂ ਖਿਜਾਉਂਦਾ ਸੀ ਇਹਨੂੰ, ਤੂੰ ਕਿਉਂ ਦੰਦੀਆਂ ਚੜਾਉਂਦਾ ਸੀ? ਕਹਿੰਦਾ ਬਸ ਮਹਾਰਾਜ ਮੈਂ ਤਾਂ ਇਹ ਗੱਲ ਦੀ ਪਰਖੇ ਕਰਨੀ ਸੀ, ਮੈਂ ਤਾਂ ਦੇਖਣਾ ਹੀ ਸੀ। ਕਹਿੰਦੇ ਕੀ ਦੇਖਣਾ ਸੀ? ਮਹਾਰਾਜ ਨੂੰ ਕਹਿਣ ਲੱਗਾ ਮੈਂ ਤਾਂ ਇਹੀ ਦੇਖਣਾ ਸੀ ਵੀ ਕੱਲੀ ਸਵਾਏ ਮਲੀ ਹੋਈ ਹੈ ਜਾਂ ਅੰਦਰ ਇਹਦੇ ਅੱਗ ਵੀ ਬਲ ਰਹੀ ਹੈ। ਮਹਾਰਾਜ ਇਹਦੇ ਤਾਂ ਅੰਦਰ ਅੱਗ ਬਲ ਰਹੀ ਹੈ ਕ੍ਰੋਧ ਦੀ, ਇਹ ਤਾਂ ਬੜਾ। ਮਹਾਰਾਜ ਕਹਿਣ ਲੱਗੇ ਅੰਦਰੋਂ ਸੜਿਆ ਪਿਆ, ਮੱਚਿਆ ਪਿਆ ਸਤਿਗੁਰੂ ਸਾਹਿਬ ਜੀ, ਬਾਹਰੋਂ ਸਰੀਰ ਦੇ ਉੱਤੇ ਸਵਾਹ ਮਲੀ ਫਿਰਦਾ ਹੈ। ਉਹ ਬੜਾ ਸ਼ਰਮਿੰਦਾ ਜਾ ਹੋਇਆ ਫਿਰ ਸਾਧ। ਇਸੇ ਤਰ੍ਹਾਂ ਮਹਾਰਾਜ ਕਹਿਣ ਲੱਗੇ ਅੰਤਰ ਅਗਨ ਬਾਹਰ ਤਨ ਸੁਆਹ। ਕਹਿੰਦੇ ਅੰਦਰ ਤਾਂ ਅੱਗ ਬਲ ਰਹੀ ਹੈ ਤ੍ਰਿਸ਼ਨਾ ਦੀ, ਕ੍ਰੋਧ ਦੀ, ਈਰਖਾ ਦੀ, ਤੇ ਬਾਹਰੋਂ ਮਹਾਰਾਜ ਕਹਿੰਦੇ ਸਰੀਰ ਦੇ ਉੱਤੇ ਸਵਾਹ ਮਲ ਕੇ ਸਾਧ ਬਣਿਆ ਫਿਰਦਾ। ਗਲ ਪਾਥਰ ਕੈਸੇ ਤਰੈ ਅਥਾਹ। ਮਹਾਰਾਜ ਕਹਿੰਦੇ ਗਲ ਵਿੱਚ ਪੱਥਰ ਨੇ ਬੰਨੇ ਹੋਏ, ਤੇ ਜਿਹੜੇ ਬੰਦੇ ਦੇ ਗਲ ਵਿੱਚ ਪੱਥਰ ਬੰਨੇ ਹੋਣ ਉਹ ਪਾਣੀ ਤੋਂ ਕਿੱਦਾਂ ਤਰ ਸਕਦਾ, ਉਹ ਸਮੁੰਦਰ ਵਿੱਚ ਕਿੱਦਾਂ ਤੈਰ ਸਕਦਾ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਵਿਕਾਰ ਪਾਥਰ ਗਲੇ ਬਾਧੇ। ਇਹਨੇ ਜਿਹੜੇ ਵਿਸ਼ੇ ਵਿਕਾਰ ਭੋਗਦਾ ਨਾ, ਇਹ ਵਿਕਾਰਾਂ ਰੂਪੀ ਪੱਥਰ ਆਪਣੇ ਗਲ ਨਾਲ ਬੰਨੀ ਫਿਰਦਾ। ਦੱਸੋ ਇਹ ਸੰਸਾਰ ਸਮੁੰਦਰ ਤੋਂ ਕਿੱਦਾਂ ਤਰ ਜੂਗਾ? ਮਹਾਰਾਜ ਕਹਿੰਦੇ ਨਹੀਂ ਤਰਿਆ ਜਾਣਾ। ਗਲ ਪਾਥਰ ਕੈਸੇ ਤਰੈ ਅਥਾਹ। ਗਲ ਦੇ ਵਿੱਚ ਪੱਥਰ ਨੇ, ਇਹ ਸਮੁੰਦਰ ਅਥਾਹ, ਇਹਦੇ ਤੋਂ ਕਿੱਦਾਂ ਤਰਿਆ ਜਾਣਾ? ਤਰਿਆ ਨਹੀਂ ਜਾਣਾ। ਜਾ ਕੇ ਅੰਤਰ ਬਸੈ ਪ੍ਰਭ ਆਪ। ਜਿਨ੍ਹਾਂ ਦੇ ਅੰਦਰ ਉਹ ਪ੍ਰਭੂ ਆਪ ਵਸਦਾ ਹੈ, ਸਖਿਆਤ ਹੈ, ਨਾਨਕ ਤੇ ਜਨ ਸਹਿਜ ਸਮਾਤ। ਉਹ ਸਹਿਜ ਹੀ ਵਾਹਿਗੁਰੂ ਵਿੱਚ ਸਮਾ ਜਾਂਦੇ, ਲੀਨ ਹੋ ਜਾਂਦੇ ਹਨ। ਅੱਗੇ ਮਹਾਰਾਜ ਬਚਨ ਕਰਦੇ ਹਨ, ਬੇਨਤੀ ਕਰਨ ਦਾ ਤਰੀਕਾ ਦੱਸਦੇ ਹੈ। ਮਹਾਰਾਜ ਕਹਿੰਦੇ ਸੁਣ ਅੰਧਾ ਕੈਸੇ ਮਾਰਗ ਪਾਵੈ। ਮਹਾਰਾਜ ਦ੍ਰਿਸ਼ਟਾਂਤ ਦੇ ਦੇ ਕੇ, ਉਦਾਹਰਣਾਂ ਦੇ ਦੇ ਕੇ ਸਮਝਾ ਰਹੇ। ਕਹਿੰਦੇ ਸੁਣ ਅੰਧਾ ਕੈਸੇ ਮਾਰਗ ਪਾਵੈ। ਜਿਵੇਂ ਕੋਈ ਆਦਮੀ ਅੰਨਾ ਹੋਵੇ, ਜੇ ਉਹਨੂੰ ਬੰਦਾ ਕੋਈ ਬੋਲ ਕੇ ਆਖੇ ਵੀ ਆਹ ਰਾਹ ਤੁਰਿਆ ਜਾਂਦਾ, ਤੂੰ ਇੱਧਰ ਨੂੰ ਤੁਰਿਆ ਜਾ, ਉਹਨੂੰ ਕੱਲਾ ਜੇ ਆਪਾਂ ਬੋਲ ਕੇ ਕਵਾਂਗੇ ਨਾ, ਤੇ ਸੁਣ ਅੰਧਾ ਕੈਸੇ ਮਾਰਗ ਪਾਵੇ, ਤੇ ਕੱਲਾ ਸੁਣ ਕੇ ਅੰਧਾ ਕਿਸ ਪ੍ਰਕਾਰ ਉਸ ਰਸਤੇ ਨੂੰ ਪ੍ਰਾਪਤ ਕਰ ਲੂ। ਪਰ ਭਾਵ ਅੰਨੇ ਨੂੰ ਕੱਲਾ ਸੁਣਨ ਦੇ ਨਾਲ, ਜੇ ਉਹਨੂੰ ਬੋਲ ਕੇ ਦਸੀਏ, ਸੁਣਾ ਕੇ ਕਹੀਏ, ਉਹਨੂੰ ਕੱਲਾ ਇਦਾਂ ਰਾਹ ਨਹੀਂ ਦਿਸਦਾ। ਮਹਾਰਾਜ ਕਹਿਣ ਲੱਗੇ ਫਿਰ ਕਿਵੇਂ? ਕਹਿੰਦੇ ਕਰ ਗਹਿ ਲੇਹੋ ਓੜ ਨਿਭਾਵੈ। ਜੇ ਮਹਾਰਾਜ ਕਹਿਣ ਲੱਗੇ ਇਸ ਨੂੰ ਹੱਥੋਂ ਫੜ ਕੇ ਆਪਾਂ ਇਹਦੀ ਮੰਜ਼ਿਲ ਤੱਕ, ਓੜਕ ਤੱਕ ਛੱਡ ਆਈਏ, ਫਿਰ ਇਹ ਨਿਭ ਜਾਂਦਾ, ਆਪਣੀ ਮੰਜ਼ਿਲ ਤੇ ਪਹੁੰਚ ਜਾਂਦਾ। ਵੀ ਜਿਹੜਾ ਅੰਨਾ ਆਦਮੀ ਉਹ ਕੱਲਾ ਸੁਣ ਕੇ ਰਾਹ ਨਹੀਂ ਪ੍ਰਾਪਤ ਕਰਦਾ, ਉਹਨੂੰ ਫੜ ਕੇ ਪਹੁੰਚਾਉਣਾ ਪੈਂਦਾ ਉੱਥੇ ਤੱਕ। ਇਸੇ ਤਰ੍ਹਾਂ ਮਹਾਰਾਜ ਸਾਡੇ ਮਨ ਬੁੱਧ ਨੇਤਰਾਂ ਦੇ ਵਿੱਚ ਵਿਚਾਰ ਰੂਪੀ ਨਿਗਾਹ ਨਹੀਂ ਹੈ। ਮਹਾਰਾਜ ਵੀ ਅਸੀਂ ਅੰਦਰੋਂ ਅਗਿਆਨਤਾ ਕਰਕੇ ਅੰਨੇ ਹੋਏ ਹਾਂ। ਜੇ ਤੁਸੀਂ ਮਹਾਰਾਜ ਕੱਲਾ ਸਾਨੂੰ ਬਚਨ ਕਹਿ ਕੇ ਸਮਝਾਉਣ ਦਾ ਯਤਨ ਕਰੋ ਵੀ ਇਸ ਰਸਤੇ ਦੇ ਉੱਤੇ ਤੁਰ ਕੇ ਪ੍ਰਮਾਤਮਾ ਨੂੰ ਮਿਲੀਦਾ ਹੈ, ਮਹਾਰਾਜ ਸਾਡਾ ਸੁਭਾਅ ਸੀ ਕੱਲਾ ਆਪ ਜੀ ਦੇ ਬਚਨ ਸੁਣ ਕੇ ਰੱਬ ਦੇ ਵੱਲ ਨੂੰ ਨਹੀਂ ਪਹੁੰਚ ਸਕਦੇ, ਉਸ ਰਸਤੇ ਤੇ ਚੱਲ ਸਕਦੇ। ਇਹ ਤਾਂ ਤੁਸੀਂ ਆਪ ਕਿਰਪਾ ਕਰਕੇ ਸਾਡਾ ਮਨ ਰੂਪੀ ਹੱਥ ਫੜ ਕੇ ਨਾ ਕਿਤੇ ਵਾਹਿਗੁਰੂ ਜੀ ਤੁਸੀਂ ਉਸ ਪਰਮਾਤਮਾ ਵਿੱਚ ਮਿਲਾ ਦਿਓ, ਸਾਨੂੰ ਓੜਕ ਤੱਕ ਪਹੁੰਚਾ ਦਿਓ, ਅਸੀਂ ਤਾਂ ਪਹੁੰਚ ਸਕਦੇ ਹਾਂ। ਅਸੀਂ ਤਾਂ ਅੰਨੇ ਆ ਅਗਿਆਨਤਾ ਦੇ ਵਿੱਚ। ਕਹਾਂ ਬੁਝਾਰਤ ਬੂਝੈ ਡੋਰਾ। ਕਹਿੰਦੇ ਜਿਹੜਾ ਡੋਰਾ ਹੈ ਨਾ, ਬੋਲਾ ਆਦਮੀ,
ਉਹ ਨਿਰੀ ਸੈਂਤ ਦੇ ਨਾਲ ਨਹੀਂ ਸਮਝ ਸਕਦਾ। ਮਹਾਰਾਜ ਕਹਿੰਦੇ ਜੇ ਉਹਨੂੰ ਤੁਸੀਂ ਸੈਂਤ ਕਰਕੇ ਸਮਝਾਓ। ਨਿਸ ਕਹੀਏ ਤੋ ਸਮਝੈ ਭੋਰਾ, ਉਹ ਬੋਲਾ ਹੈ ਨਾ ਜਿਹੜਾ, ਜਿਹਨੂੰ ਸੁਣਦਾ ਨਹੀਂ, ਉਹਨੂੰ ਜੇ ਤੁਸੀਂ ਰਾਤ ਕਹੋਗੇ ਉਹ ਬੋਲਾ ਸਮਝ ਬੈਠਦਾ ਵੀ ਪਤਾ ਨਹੀਂ ਸਵੇਰ ਆਖਦਾ ਹੈ। ਮਤਲਬ ਬੋਲੇ ਆਦਮੀ ਨੂੰ ਕੁਝ ਹੋਰ ਦਾ ਹੋਰ ਹੀ ਸੁਣ ਜਾਂਦਾ। ਜਿਵੇਂ ਕਿਸੇ ਆਦਮੀ ਨੇ ਨਾ, ਕੋਈ ਬੋਲਾ ਆਦਮੀ ਸੀਗਾ, ਉਹ ਹਲ ਵਾਹ ਰਿਹਾ ਸੀ, ਉਹਨੂੰ ਪੁੱਛਦਾ ਜਾ ਕੇ, ਕਹਿਣ ਲੱਗਾ ਵੀ ਮੈਂ ਫਲਾਣੇ ਰਾਹ ਤੇ ਜਾਣਾ। ਉਹਨੂੰ ਸੁਣਿਆ ਨਹੀਂ, ਸਮਝ ਨਹੀਂ ਆਇਆ, ਉਹਨੂੰ ਇਉਂ ਲੱਗਾ ਵੀ ਪਤਾ ਨਹੀਂ ਬਲਦ ਬਾਰੇ ਪੁੱਛਦਾ। ਉਹ ਕਹਿਣ ਲੱਗਾ ਵੀ ਇਹ ਤਾਂ ਬਲਦ ਨਾ ਮੇਰੀ ਘਰ ਵਾਲੀ ਲੈ ਕੇ ਆਈ ਹੈ, ਮੇਰੇ ਸਹੁਰਿਆਂ ਤੋਂ ਚੋਰੀ ਲਿਆਂਦਾ ਉਸਨੇ। ਉਹਨੇ ਸਿਪਾਹੀ ਨੇ ਫੜ ਕੇ ਉਸ ਵਕਤ ਚੰਗਾ ਕੁੱਟਿਆ ਉਸਨੂੰ ਤੇ ਕੁੱਟ ਕੇ ਚਲਿਆ ਗਿਆ। ਉਧਰੋਂ ਉਹਦੀ ਇਸਤਰੀ ਆ ਗਈ, ਉਹਨੇ ਕਿਹਾ ਵੀ ਆਪ ਤੇਰੇ ਚੋਰੀ ਦੇ ਬਲਦ ਕਰਕੇ ਮੈਨੂੰ ਕੁੱਟ ਪਈ ਹੈ। ਉਹਨੇ ਉਹਨੂੰ ਕੁੱਟਤਾ। ਮਤਲਬ ਕਹਿਣ ਦਾ ਹੈ ਵੀ ਬੋਲੇ ਆਦਮੀ ਨੂੰ ਜੇ ਤੁਸੀਂ ਕਹੋਗੇ ਕੁਝ ਹੋਰ ਹੀ ਕੁਝ ਸਮਝ ਬੈਠਦਾ। ਇਸੇ ਤਰ੍ਹਾਂ ਸਾਡੀ ਹਾਲਤ ਇਹ ਹੈ ਮਹਾਰਾਜ, ਜੇ ਮਹਾਰਾਜ ਤੁਸੀਂ ਸਾਨੂੰ ਕੋਈ ਗਿਆਨ ਦੀ ਗੱਲ ਸਮਝਾਉਣੀ ਚਾਹੋ ਮਹਾਰਾਜ, ਕੱਲੀ ਸੈਂਤ ਦੇ ਨਾਲ, ਅਸੀਂ ਬੋਲੇ ਆ ਮਹਾਰਾਜ। ਆਪ ਜੀ ਦੇ ਚੰਗੇ ਬਚਨਾਂ ਨੂੰ ਵੀ ਕਈ ਵਾਰ ਆਪਣੇ ਲਈ ਅਸੀਂ ਮਾੜਾ ਹੀ ਸਮਝ ਬੈਠਦੇ ਹਾਂ ਮਹਾਰਾਜ। ਸਾਡੀ ਹਾਲਤ ਇਹ ਹੈ, ਬਸ ਤੁਸੀਂ ਆਪ ਹੀ ਮਹਾਰਾਜ ਕਿਰਪਾ ਕਰੋ। ਕਈ ਵਾਰ ਅਸੀਂ ਆਪਣੇ ਭਲੇ ਦੀ ਗੱਲ ਵੀ ਅਸੀਂ ਆਪਣੇ ਉਲਟ ਸਮਝ ਬੈਠਦੇ ਹਾਂ। ਸਮਝਦੇ ਹੀ ਹਾਂ, ਗੁਰਬਾਣੀ ਹਰ ਰੋਜ਼ ਸਾਡੇ ਭਲੇ ਦੀ ਗੱਲ ਕਰਦੀ ਹੈ, ਪਰ ਅਸੀਂ ਉਸ ਨੂੰ ਇਹ ਨਹੀਂ ਸਮਝਦੇ ਭਲੇ ਦੀ ਗੱਲ। ਅਸੀਂ ਜਿਹੜੀਆਂ ਸਾਡੇ ਲਈ ਹਾਨੀਕਾਰਕ ਗੱਲਾਂ ਨੇ, ਅਸੀਂ ਫਿਰ ਵੀ ਉਹਨਾਂ ਵਿੱਚ ਹੀ ਲੱਗ ਜਾਂਦੇ ਹਾਂ, ਮਰ ਦਾ ਨਾਮ ਛੱਡ ਕੇ। ਅੱਗੇ ਮਹਾਰਾਜ ਬਚਨ ਕਰਦੇ ਹਨ, ਕਹਾਂ ਬਿਸਨ ਪਦ ਗਾਵੇ ਗੁੰਗ। ਜਿਹੜਾ ਗੂੰਗਾ ਹੁੰਦਾ ਨਾ, ਉਹ ਕਿੱਥੇ ਬਿਸ਼ਨ ਪਦੇ ਗਾ ਸਕਦਾ? ਜਿਹਦੇ ਤੋਂ ਸਿੱਧਾ ਤਾਂ ਬੋਲਿਆ ਨਹੀਂ ਜਾਂਦਾ, ਉਹ ਬਿਸ਼ਨ ਪਦ ਮਤਲਬ ਗੀਤ ਕਿੱਥੇ ਗਾ ਸਕਦਾ? ਯਤਨ ਕਰੇ ਤਉ ਪੀ ਸੁਰ ਭੰਗ। ਜੇ ਉਹ ਯਤਨ ਵੀ ਕਰੇ ਨਾ ਗਾਉਣ ਦਾ ਬਿਸ਼ਨ ਪਦਿਆਂ ਨੂੰ, ਫਿਰ ਵੀ ਉਹਦੀ ਕਿਤੇ ਨਾ ਕਿਤੇ ਸੁਰ ਹੈ ਜਿਹੜੀ ਭੰਗ ਹੋ ਜਾਂਦੀ ਹੈ, ਟੁੱਟ ਜਾਂਦੀ ਹੈ। ਇਸੇ ਤਰ੍ਹਾਂ ਮਹਾਰਾਜ ਜਿਨ੍ਹਾਂ ਦੀ ਪ੍ਰੀਤ ਰੂਪੀ ਰਸਨਾ ਨਹੀਂ ਹੈਗੀ, ਜਿਹੜੇ ਗੂੰਗੇ ਹੈ, ਜਿਨ੍ਹਾਂ ਦੇ ਲਵੇ ਪ੍ਰੀਤ ਰੂਪੀ ਰਸਨਾ ਨਹੀਂ, ਜਿਨ੍ਹਾਂ ਦੇ ਅੰਦਰ ਪ੍ਰੇਮ ਨਹੀਂ ਵਾਹਿਗੁਰੂ ਦਾ, ਵਾਹਿਗੁਰੂ ਦੀ ਪ੍ਰੇਮ ਦੀ ਰਸਨਾ ਤੋਂ ਬਿਨਾਂ ਪਰਮਾਤਮਾ ਦੇ ਗੁਣ ਨਹੀਂ ਗਾਏ ਜਾਂਦੇ। ਜੇ ਬੰਦਾ ਗਾਉਣਾ ਸ਼ੁਰੂ ਕਰ ਵੀ ਦਵੇ, ਜਿਹਦੇ ਅੰਦਰ ਪ੍ਰੇਮ ਨਹੀਂ, ਜੇ ਉਹ ਕਿਤੇ ਮਹਾਰਾਜ ਦਾ ਨਾਮ ਨੂੰ ਗਾਉਣਾ ਸ਼ੁਰੂ ਕਰਦੇ, ਕਿਤੇ ਨਾ ਕਿਤੇ ਪਦਾਰਥੋਂ ਨੂੰ ਫੇਰ ਦੁਬਾਰੋਂ ਘੇਰ ਕੇ ਆਪਣੇ ਵਿੱਚ ਲੈ ਜਾਂਦੇ ਆ। ਮਤਲਬ ਉਹ ਗਾਉਂਦਾ ਗਾਉਂਦਾ ਰੱਬ ਦੇ ਨਾਮ ਨੂੰ ਛੱਡ ਬੈਠਦਾ। ਜਦੋਂ ਕਿਤੇ ਉਹਨੂੰ ਕੋਈ ਪਦਾਰਥ ਚੰਗਾ ਜਿਹਾ ਦਿਸ ਗਿਆ, ਉਹਨੇ ਉਸੇ ਵਕਤ ਮਹਾਰਾਜ ਦੇ ਨਾਮ ਨੂੰ ਛੱਡ ਕੇ ਉਧਰ ਨੂੰ ਚਲੇ ਜਾਣਾ। ਇਸ ਕਰਕੇ ਮਹਾਰਾਜ ਸਾਡੀ ਹਾਲਤ ਉਸ ਗੂੰਗੇ ਵਰਗੀ ਹੈ ਮਹਾਰਾਜ, ਜਿਹੜਾ ਆਪ ਜੀ ਦੇ ਭਗਤ ਨਾਮ ਨੂੰ ਨਹੀਂ ਜਪ ਸਕਦਾ। ਅੱਗੇ ਮਹਾਰਾਜ ਕਹਿੰਦੇ ਹਨ, ਕਹਿ ਪਿੰਗਲ ਪਰਬਤ ਪ੍ਰਭਵਨ। ਕਹਿੰਦੇ ਜਿਹੜਾ ਪਿੰਗਲਾ ਆਦਮੀ ਹੁੰਦਾ, ਉਹ ਪਰਬਤ ਦੇ ਉੱਤੇ ਕਿਸ ਪ੍ਰਕਾਰ ਚੱਲ ਸਕਦਾ? ਜਿਹਦੇ ਤੋਂ ਸਿੱਧਾ ਨਹੀਂ ਚੱਲਿਆ ਜਾਂਦਾ, ਉਹ ਪਹਾੜਾਂ ਦੇ ਉੱਤੇ ਕਿੱਥੋਂ ਚੜ ਜੂਗਾ? ਨਹੀਂ ਹੋ ਤਾਂ ਉਹਾਂ ਉਸ ਗਵਨ, ਉਹਦੇ ਤੋਂ ਉੱਥੇ ਨਹੀਂ ਗਵਨ ਹੋਇਆ ਜਾ ਸਕਦਾ, ਨਹੀਂ ਉੱਥੋਂ ਗਵਨ ਹੁੰਦਾ, ਮਤਲਬ ਉੱਥੇ ਤੱਕ ਨਹੀਂ ਉੱਤੋਂ ਜਾਇਆ ਜਾਂਦਾ, ਉਸ ਜਗ੍ਹਾ ਤੇ ਨਹੀਂ ਚੱਲਿਆ ਜਾ ਸਕਦਾ। ਇਸੇ ਤਰ੍ਹਾਂ ਜਿਹਦੇ ਸਾਧਨਾ ਰੂਪੀ ਪੈਰ ਨਹੀਂ ਹੈ, ਮਤਲਬ ਜਿਹਦਾ ਕੋਈ ਸੇਵਾ ਨਹੀਂ ਹੈ, ਸਿਮਰਨ ਨਹੀਂ, ਇਹ ਬੰਦੇ ਦੇ ਸੇਵਾ ਤੇ ਸਿਮਰਨ ਦੋ ਪੈਰ ਨੇ ਜਿਹੜੇ ਪਰਮਾਤਮਾ ਤੱਕ ਪਹੁੰਚਾਉਂਦੇ ਐ, ਇਸ ਨੂੰ ਉਸ ਦੇ ਸਰੂਪ ਰੂਪੀ ਪਰਬਤ ਦੇ ਉੱਤੇ ਲੈ ਕੇ ਜਾਂਦੇ। ਪਰ ਜਿਹਦਾ ਨਾ ਸੇਵਾ ਤੇ ਨਾ ਸਿਮਰਨ, ਇਹ ਜਿਹਦੇ ਦੋ ਚਰਨ ਹੈ ਹੀ ਨਹੀਂ, ਮਹਾਰਾਜ ਕਹਿਣ ਲੱਗੇ, ਉਹ ਕਿਸ ਪ੍ਰਕਾਰ ਉਸ ਪਰਮਾਤਮਾ ਦੇ ਵਿੱਚ ਗਵਨ ਕਰੂਗਾ? ਕਿਵੇਂ ਉਸ ਦਾ ਉਸ ਪਰਮਾਤਮਾ ਦੇ ਵਿੱਚ ਚਾਲਾ ਹੋਵੇਗਾ? ਕਦੇ ਨਹੀਂ ਹੋ ਸਕਦਾ। ਅਖੀਰ 'ਚ ਇਹੀ ਬੇਨਤੀ ਕਰਦੇ ਮਹਾਰਾਜ, ਕਹਿੰਦੇ ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੇ। ਹੇ ਕਰਤਾਰ, ਹੇ ਵਾਹਿਗੁਰੂ, ਤੂੰ ਕਰੁਣਾ ਮੈਂ, ਮਹਾਰਾਜ ਤੂੰ ਕਿਰਪਾ ਦਾ ਸਰੂਪ ਹੈ, ਮੈਂ ਦੀਨ ਤੇਰੇ ਚਰਨਾਂ 'ਚ ਬੇਨਤੀ ਕਰਦਾ ਹਾਂ। ਨਾਨਕ ਤੁਮਰੀ ਕਿਰਪਾ ਤਰੇ, ਤਾਂ ਤੇਰੀ ਕਿਰਪਾ ਦੇ ਨਾਲ ਹੀ ਪਾਰ ਉਤਾਰਾ ਹੋਣਾ, ਨਹੀਂ ਸਾਡਾ ਪਾਰ ਉਤਾਰਾ ਨਹੀਂ ਹੋਵੇਗਾ। ਵਾਹਿਗੁਰੂ ਜੀ, ਇਹ ਸਾਡੇ ਤੇ ਤੁਸੀਂ ਕਿਰਪਾ ਕਰੋ, ਸਾਡੇ ਤੇ ਰਹਿਮਤ ਕਰੋ ਮਹਾਰਾਜ। ਬਾਕੀ ਹੈ ਜਿਹੜੀ ਦੋ ਅਸ਼ਟਪਦੀਆਂ, ਇਸ ਚੌਥੀ ਪੌੜੀ ਦੀ ਅਸ਼ਟਪਦੀ ਦੀਆਂ ਦੋ ਪੌੜੀਆਂ, ਉਹ ਕੱਲ੍ਹ ਨੂੰ ਆਪਾਂ ਅੱਗੇ ਸਰਵਣ ਕਰਾਂਗੇ। ਹੋਈਆਂ ਬਿੰਤ ਗਲਤੀਆਂ ਦੀ ਮਾਫੀ ਬਖਸ਼ਣੀ। ਦੇਹੋ ਸੱਜਣ ਸੀਸ ਛੜੀਆਂ ਜੋ ਹੈ ਸਾਹਿਬ ਸਿਮਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।